एक बारी श्री गुरु अर्जन देव जी के पास एक सिख ने आण के बेनती की कि हे सच्चे पातशाह जी, ਜਿਹੜੇ ਲੋਕੀ ਆਖਦੇ ਹਨ ਕਿ ਮਰ ਕੇ ਅੱਗੇ ਸਵਰਗਾਂ ਵਿੱਚ ਜਾਂ ਨਰਕਾਂ ਵਿੱਚ ਜਾਈਦਾ ਹੈ ਤੇ ਨਾਮ ਜਪਣ ਕਰਕੇ ਦੁੱਖ ਪ੍ਰਾਪਤ ਨਹੀਂ ਹੁੰਦਾ ਹੈ, ਸੋ ਆਪ ਜੀ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਦੱਸੋ ਕਿ ਇਹ ਕਿਸ ਤਰ੍ਹਾਂ ਮੈਨੂੰ ਮਾਲੂਮ ਹੋਵੇ ਕਿ ਇਹ ਗੱਲ ਬਿਲਕੁਲ ਸੱਚੀ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਚੰਗਾ ਭਾਈ, ਤੈਨੂੰ ਇਸ ਗੱਲ ਦਾ ਉੱਤਰ ਜ਼ਰੂਰ ਦਿਆਂਗੇ। ਤਾਂ ਮਹਾਰਾਜ ਜੀ ਨੇ ਉਸ ਸਿੱਖ ਨੂੰ ਇੱਕ ਦਿਨ ਰਾਤ ਦੇ ਸਮੇਂ ਵਿੱਚ ਸੁਪਨੇ ਦੇ ਵਾਂਗੂ ਭਖਲਾ ਜਿਵੇਂ ਹੁੰਦਾ ਹੈ ਉਹ ਦਿਖਾਇਆ ਕਿ ਉਹ ਸਿੱਖ ਆਪਣੇ ਆਪ ਨੂੰ ਮਰਿਆ ਹੋਇਆ ਦੇਖਦਾ ਹੈ ਤੇ ਉਸ ਦੇ ਸੰਬੰਧੀਆਂ ਨੇ ਉਸ ਦੀ ਦਾਹ ਕਿਰਿਆ ਵੀ ਕਰ ਦਿੱਤੀ। ਮਗਰੋਂ ਉਸ ਦੇ ਫੁੱਲ ਵੀ ਗੰਗਾ ਵਿੱਚ ਪਾਏ ਗਏ ਤੇ ਉਸ ਦਾ ਭੰਡਾਰਾ ਵੀ ਰਾਤੋਂ ਰਾਤ ਸੁਪਨੇ ਵਿੱਚ ਹੀ ਕੀਤਾ ਗਿਆ ਤੇ ਦਰਗਾਹ ਵਿੱਚ ਧਰਮਰਾਜ ਦੇ ਪਾਸ ਉਸ ਨੂੰ ਲੈ ਗਏ। ਜਦੋਂ ਧਰਮਰਾਜ ਦੇ ਪਾਸ ਪਹੁੰਚਿਆ ਤਾਂ ਧਰਮਰਾਜ ਨੇ ਕਿਹਾ ਕਿ ਇਹ ਜੀਉ ਧੰਮ ਹੈ ਸੀ, ਪਰ ਹੁਣ ਇਸ ਨੇ ਮਹਾਰਾਜ ਜੀ ਦਾ ਸੰਗ ਕੀਤਾ ਹੈ, ਇਸ ਕਰਕੇ ਇਸ ਦੀ ਉਮਰਾ 4 ਮਹੀਨੇ ਵਧਾਈ ਜਾਵੇ। ਜੇਕਰ ਇਸ ਸਮੇਂ ਵਿੱਚ ਇਹ ਪਰਮੇਸ਼ਰ ਜੀ ਨੂੰ ਯਾਦ ਕਰੇਗਾ ਤਾਂ ਇਸ ਦਾ ਭਲਾ ਹੋ ਜਾਵੇਗਾ, ਨਹੀਂ ਤਾਂ ਇਸ ਨੂੰ ਅੱਗੇ ਲਿਜਾ ਕੇ ਦਿਖਾ ਦਿਓ ਜਿੱਥੇ ਕੁੰਭੀ ਨਰਕ ਵਿੱਚ ਜੀਵ ਪਏ ਤੜਫਦੇ ਹਨ, ਉੱਥੇ ਇਸ ਨੂੰ ਪਾਇਆ ਜਾਵੇਗਾ। ਫਿਰ ਉਸ ਸਿੱਖ ਨੂੰ ਧਰਮਰਾਜ ਪਾਸੋਂ ਲੈ ਕੇ ਉਸ ਦੇ ਘਰ ਵਾਪਸ ਛੱਡ ਗਏ। ਜਦੋਂ ਉਸ ਸਿੱਖ ਦੀ ਨੀਂਦ ਖੁੱਲੀ ਤੇ ਵਾਹਿਗੁਰੂ ਆਖਦਾ ਹੋਇਆ ਉਹ ਉੱਠ ਬੈਠਾ, ਸਵੇਰੇ ਮਹਾਰਾਜ ਜੀ ਦੀ ਸੇਵਾ ਵਿੱਚ ਦਰਸ਼ਨ ਕਰਨ ਵਾਸਤੇ ਆਇਆ ਤਾਂ ਮੱਥਾ ਟੇਕ ਕੇ ਬੈਠ ਗਿਆ। ਮਹਾਰਾਜ ਜੀ ਜਾਣ ਹੀ ਜਾਣ ਸਨ ਤੇ ਕਿਹਾ ਕਿ ਦੱਸ ਬਈ ਸਿੱਖਾ, ਵਾਹਿਗੁਰੂ ਦੇ ਨਾਂ ਦਾ ਪ੍ਰਤਾਪ ਦੇਖਿਆ ਹੈ ਕਿ ਨਹੀਂ? ਸਾਰਿਆਂ ਨੂੰ ਦੱਸ ਜੋ ਤੇਰੇ ਨਾਲ ਰਾਤ ਨੂੰ ਗੁਜ਼ਰੀ। ਉਸਨੇ ਕਿਹਾ, ਮਹਾਰਾਜ ਜੀ, ਮੈਂ ਮਰ ਗਿਆ ਸੀ ਤੇ ਸੁਪਨੇ ਵਿੱਚ ਇਹ ਦੇਖਿਆ ਕਿ ਮੇਰੇ ਮਰਨ ਦੀ ਮੌਲਤ 4 ਮਹੀਨੇ ਹੋਰ ਰੱਖੀ ਗਈ ਤੇ ਧਰਮਰਾਜ ਨੇ ਕਿਹਾ ਕਿ ਮਹਾਰਾਜ ਜੀ ਦਾ ਸੰਗ ਤੇ ਦਰਸ਼ਨ ਤੈਨੂੰ ਹੋਏ ਹਨ, ਇਸ ਕਰਕੇ 4 ਮਹੀਨੇ ਇਸ ਨੂੰ ਹੋਰ ਜਿਉਂਦਾ ਰਹਿਣ ਦਿਓ। ਸੋ ਤੁਸੀਂ ਕਿਰਪਾ ਕਰਕੇ ਮੇਰੀ ਉਮਰ ਕੁਝ ਹੋਰ ਵਧਾ ਦਿਓ। ਉਸ ਸਿੱਖ ਦੀ ਗੱਲ ਸੁਣ ਕੇ ਸ਼੍ਰੀ ਗੁਰੂ ਜੀ ਨੇ ਇਸ ਸ਼ਬਦ ਦਾ ਉਚਾਰਨ ਕੀਤਾ, ਗੌੜੀ ਮਹੱਲਾ ਪੰਜਵਾਂ। ਬਿਨ ਸਿਮਰਨ ਜੈਸੇ ਸਰਪ ਆਰ ਜਾਰੀ, ਤਿਉ ਜੀਵੇ ਸਾਕਤ ਨਾਮ ਵਿਸਾਰੀ। ਗੁਰੂ ਜੀ ਨੇ ਫਰਮਾਇਆ ਕਿ ਪ੍ਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਐਵੇਂ ਹੀ ਹੈ ਜਿਵੇਂ ਸੱਪ ਦੀ ਉਮਰ ਹੈ। ਉਮਰ ਤਾਂ ਲੰਬੀ ਹੈ, ਪਰ ਸੱਪ ਸਦਾ ਦੂਜਿਆਂ ਨੂੰ ਡੰਗ ਹੀ ਮਾਰਦਾ ਰਹਿੰਦਾ ਹੈ। ਇਸੇ ਤਰ੍ਹਾਂ ਪ੍ਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਪ੍ਰਮਾਤਮਾ ਦਾ ਨਾਮ ਭੁਲਾ ਕੇ ਸਿਮਰਨ ਤੋਂ ਬਿਨਾਂ ਵਿਅਰਥ ਜੀਵਨ ਹੀ ਜਿਉਂਦੇ ਹਨ। ਮੌਕਾ ਬਣਨ ਤੇ ਦੂਜਿਆਂ ਨੂੰ ਡੰਗ ਹੀ ਮਾਰਦੇ ਹਨ। ਏਕ ਨਿਮਖ ਜੋ ਸਿਮਰਨ ਮਹਿ ਜੀਆ, ਕੋਟ ਦਿਨਸ ਲਾਖ ਸਦਾ ਥਿਰ ਥੀਆ। ਜਿਹੜਾ ਇੱਕ ਅੱਖ ਝਮਕਣ ਜਿਤਨਾ ਸਮਾਂ ਵੀ ਪਰਮਾਤਮਾ ਦੇ ਸਿਮਰਨ ਵਿੱਚ ਗੁਜ਼ਾਰਿਆ ਜਾਏ, ਉਹ ਮਾਨੋ ਲੱਖਾਂ ਕਰੋੜਾਂ ਦਿਨ ਜਿਉਂ ਲਿਆ, ਕਿਉਂਕਿ ਸਿਮਰਨ ਦੀ ਬਰਕਤ ਨਾਲ ਮਨੁੱਖ ਦਾ ਆਤਮਿਕ ਜੀਵਨ ਸਦਾ ਲਈ ਅਡੋਲ ਹੋ ਜਾਂਦਾ ਹੈ। ਬਿਨ ਸਿਮਰਨ ਤ੍ਰਿਗ ਕਰਮ ਕਰਾਸ, ਕਾਗ ਬਤਨ ਵਿਸਟਾ ਮਹਿਵਾਸ। ਪ੍ਰਭੂ ਸਿਮਰਨ ਤੋਂ ਖੁੰਝ ਕੇ ਹੋਰ ਕਰਮ ਕਰਨੇ ਫਿਟਕਾਰਯੋਗ ਹੀ ਹਨ। ਜਿਵੇਂ ਕਾਂ ਦੀ ਚੁੰਝ ਗੰਧ ਵਿੱਚ ਹੀ ਰਹਿੰਦੀ ਹੈ, ਤਿਵੇਂ ਸਿਮਰਨਹੀਨ ਮਨੁੱਖਾਂ ਦੇ ਮੂੰਹ ਨਿੰਦਾ ਆਦਿਕ ਦੇ ਗੰਧ ਵਿੱਚ ਹੀ ਰਹਿੰਦੇ ਹਨ। ਬਿਨ ਸਿਮਰਨ ਭਏ ਕੂਕਰ ਕਾਮ, ਸਾਖਤ ਬੇਸੂਆ ਪੂਤ ਨਿਨਾਮ। ਪ੍ਰਭੂ ਦੀ ਯਾਦ ਤੋਂ ਖੁੰਝ ਕੇ ਮਨੁੱਖ ਲੋਭ ਤੇ ਕਾਮ ਆਦਿਕ ਵਿੱਚ ਫਸ ਕੇ ਕੁੱਤਿਆਂ ਵਰਗੇ ਕੰਮਾਂ ਵਿੱਚ ਪ੍ਰਵਿਰਤ ਰਹਿੰਦੇ ਹਨ। ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਵੇਸਵਾ ਇਸਤਰੀਆਂ ਦੇ ਪੁੱਤਰਾਂ ਵਾਂਗ ਨਿਲਜ ਹੋ ਜਾਂਦੇ ਹਨ, ਜਿਨ੍ਹਾਂ ਦੇ ਪਿਓ ਦਾ ਨਾਮ ਨਹੀਂ ਦੱਸਿਆ ਜਾ ਸਕਦਾ। ਬਿਨ ਸਿਮਰਨ ਜੈਸੇ ਸੀਂਗ ਛਤਾਰਾ, ਬੋਲੇ ਕੂਰ ਸਾਕਤ ਮੁਖ ਕਾਰਾ।
ਪਰਮਾਤਮਾ ਦੀ ਯਾਦ ਤੋਂ ਖੁੰਝ ਕੇ ਉਹ ਧਰਤੀ ਉੱਤੇ ਭਾਰ ਹੀ ਹਨ, ਜਿਵੇਂ ਛਤਰੀਆਂ ਦੇ ਸਿਰ ਤੇ ਸਿੰਘ। ਪਰਮਾਤਮਾ ਨਾਲ ਟੁੱਟੇ ਹੋਏ ਮਨੁੱਖ ਸਦਾ ਝੂਠ ਬੋਲਦੇ ਹਨ, ਹਰ ਥਾਂ ਮੁਕਾਲਕ ਹੀ ਖੱਟਦੇ ਹਨ। ਬਿਨ ਸਿਮਰਨ ਗਰਦਭ ਕੀ ਨਿਆਈ, ਸਾਕਤ ਥਾਨ ਭ੍ਰਿਸ਼ਟ ਫਿਰਾਹੀ। ਸਿਮਰਨ ਤੋਂ ਖੁੰਝ ਕੇ ਉਹ ਖੋਤੇ ਵਾਂਗ ਹੀ ਮਲੀਨ ਜੀਵਨ ਗੁਜ਼ਾਰਦੇ ਹਨ, ਜਿਵੇਂ ਖੋਤਾ ਸਦਾ ਸੁਆਹ ਮਿੱਟੀ ਵਿੱਚ ਲੇਟ ਕੇ ਖੁਸ਼ ਹੁੰਦਾ ਹੈ। ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਕੁਕਰਮਾਂ ਵਾਲੇ ਗੰਦੇ ਥਾਈਂ ਹੀ ਫਿਰਦੇ ਰਹਿੰਦੇ ਹਨ। ਬਿਨ ਸਿਮਰਨ ਕੂਕਰ ਹਰ ਕਾਇਆ, ਸਾਕਤ ਲੋਭੀ ਬੰਦ ਨਾ ਪਾਇਆ। ਸਿਮਰਨ ਤੋਂ ਖੁੰਝ ਕੇ ਉਹ ਮਾਨੋ ਹਲਕੇ ਕੁੱਤੇ ਬਣ ਜਾਂਦੇ ਹਨ, ਜਿਸ ਨਾਲ ਵੀ ਸੰਗ ਕਰਦੇ ਹਨ ਉਸ ਨੂੰ ਲੋਭ ਦਾ ਹਲਕ ਚੰਬੇੜ ਦਿੰਦੇ ਹਨ। ਰੱਬ ਨਾਲ ਟੁੱਟੇ ਹੋਏ ਮਨੁੱਖ ਲੋਭ ਵਿੱਚ ਗਰਸੇ ਰਹਿੰਦੇ ਹਨ। ਉਹਨਾਂ ਦੇ ਰਾਹ ਵਿੱਚ ਲੱਖਾਂ ਰੁਪਈਏ ਕਮਾ ਕੇ ਵੀ ਰੋਕ ਨਹੀਂ ਪੈ ਸਕਦੀ। ਬਿਨ ਸਿਮਰਨ ਹੈ ਆਤਮ ਘਾਤੀ, ਸਾਕਤ ਨੀਚ ਤਿਸ ਕੁਲ ਨਹੀਂ ਜਾਤੀ। ਰੱਬ ਨਾਲੋਂ ਟੁੱਟਾ ਹੋਇਆ ਮਨੁੱਖ ਸਿਮਰਨ ਤੋਂ ਖੁੰਝਾ ਰਹਿ ਕੇ ਆਤਮਕ ਮੌਤ ਸਹੇੜ ਲੈਂਦਾ ਹੈ। ਉਹ ਸਦਾ ਨੀਵੇਂ ਕੰਮਾਂ ਵੱਲ ਰੁਚੀ ਰੱਖਦਾ ਹੈ। ਉਸ ਦੀ ਨਾ ਉੱਚੀ ਕੁਲ ਰਹਿ ਜਾਂਦੀ ਹੈ, ਨਾ ਉੱਚੀ ਜਾਤ। ਜਿਸ ਭਇਆ ਕਿਰਪਾਲ ਤਿਸ ਸਤ ਸੰਗ ਮਿਲਾਇਆ, ਕਹੋ ਨਾਨਕ ਗੁਰ ਜਗਤ ਤਰਾਇਆ। ਅੰਤ ਵਿੱਚ ਗੁਰੂ ਜੀ ਫਰਮਾ ਰਹੇ ਹਨ, ਜਿਸ ਮਨੁੱਖ ਉੱਤੇ ਪਰਮਾਤਮਾ ਦਇਆਵਾਨ ਹੋ ਜਾਂਦਾ ਹੈ, ਉਸ ਨੂੰ ਸਾਧ ਸੰਗਤ ਵਿੱਚ ਲਿਆ ਕੇ ਰਲਾ ਲੈਂਦਾ ਹੈ। ਹੇ ਨਾਨਕ, ਇਸ ਤਰ੍ਹਾਂ ਜਗਤ ਨੂੰ ਗੁਰੂ ਦੀ ਰਾਹੀਂ ਸੰਸਾਰ ਸਮੁੰਦਰ ਦੇ ਵਿਕਾਰਾਂ ਤੋਂ ਪਾਰ ਲੰਘਾ ਲੈਂਦਾ ਹੈ। ਸੋ ਸਾਧ ਸੰਗਤ ਜੀ, ਉਸ ਸਿੱਖ ਨੂੰ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਮਝਾਇਆ ਕਿ ਅੱਗੇ ਤੇਰੀ ਇਤਨੀ ਉਮਰ ਗੁਜ਼ਰ ਗਈ ਹੈ, ਹੁਣ ਹੋਰ ਜਿਉਂਦਾ ਰਹੇਗਾ ਤਾਂ ਕੀ ਸਵਾਰੇਗਾ। ਨਾਮ ਤੋਂ ਬਿਨਾਂ ਜੀਵਣਾ ਕਿਸੇ ਕੰਮ ਨਹੀਂ। ਸੋ ਇਸ ਸਾਖੀ ਦਾ ਤੇ ਸ਼ਬਦ ਦਾ ਇਹ ਤਾਤਪਰਿਆ ਹੈ ਕਿ ਪੁਰਸ਼ ਨੂੰ ਹਰ ਵਕਤ ਪਰਮਾਤਮਾ ਦੇ ਚਰਨਾਂ ਦਾ ਧਿਆਨ ਕਰਨਾ ਚਾਹੀਦਾ ਹੈ। ਪਤਾ ਨਹੀਂ ਜੋ ਕਿਹੜਾ ਸਵਾਸ ਅੰਤ ਦਾ ਹੈ, ਅਤੇ ਭਜਨ ਤੋਂ ਬਿਨਾਂ ਜਿਹੜਾ ਜੀਵਣਾ ਹੈ ਇਹ ਵਿਅਰਥ ਹੈ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।